ਸਤਿ ਸ਼੍ਰੀ ਅਕਾਲ ਨਿਊਜ਼ 18 ਵੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਰਜਿੰਦਰ ਕੌਰ ਔਰ ਬੁਲਟਨ ਦੀ ਸ਼ੁਰੂਆਤ ਇਸ ਵੇਲੇ ਦੀ ਅਹਿਮ ਖਬਰ ਦੇ ਨਾਲ ਕੋਰੋਨਾ ਸੰਕਟ ਤੇ ਅੱਜ ਮੈਰਾਥਨ ਮੰਥਨ ਹੋਏਗਾ। ਅਨਲੌਕ 1 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵੱਡੀ ਬੈਠਕ ਹੋਣ ਜਾ ਰਹੀ ਹੈ। ਸਾਰੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਬੈਠਕ ਕਰਨਗੇ। 2 ਦਿਨ ਤੱਕ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਹੋਏਗੀ। ਅੱਜ ਪਹਿਲੇ ਦਿਨ 21 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਚਰਚਾ ਹੋਵੇਗੀ। ਦੁਪਹਿਰ 3 ਵਜੇ ਕੋਰੋਨਾ ਸੰਕਟ ਤੇ ਇਹ ਮੰਥਨ ਸ਼ੁਰੂ ਹੋਏਗਾ। ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀ ਵੀ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਕੱਲ 15 ਸੂਬਿਆਂ ਦੇ ਸੀਐਮ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਏਗੀ। ਹਰਿਆਣਾ ਦੇ ਮੁੱਖ ਮੰਤਰੀ ਕੱਲ ਇਸ ਬੈਠਕ ਵਿੱਚ ਸ਼ਾਮਿਲ ਹੋਣਗੇ। ਹੁਣ ਤੱਕ 5 ਵਾਰ ਸਾਰੇ ਮੁੱਖ ਮੰਤਰੀਆਂ ਦੇ ਨਾਲ ਚਰਚਾ ਕਰ ਚੁੱਕੇ ਨੇ ਪ੍ਰਧਾਨ ਮੰਤਰੀ। ਮਾਰਚ ਦੇ ਮਹੀਨੇ ਤੋਂ ਜਦੋਂ ਤੋਂ ਕੋਰੋਨਾ ਦਾ ਸੰਕਟ ਖੜਾ ਹੋਇਆ ਲਗਾਤਾਰ ਸੂਬਿਆਂ ਤੋਂ ਫੀਡਬੈਕ ਲੈ ਰਹੇ ਨੇ ਅਤੇ ਅੱਜ ਇੱਕ ਵਾਰ ਫਿਰ ਕੋਰੋਨਾ ਸੰਕਟ ਤੇ ਮੈਰਾਥਨ ਮੰਥਨ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਨਗੇ, ਜੁੜਨਗੇ ਉਹਨਾਂ ਨਾਲ ਅਤੇ ਫੀਡਬੈਕ ਲਿੱਤੀ ਜਾਏਗੀ ਸੂਬਿਆਂ ਦੇ ਬਾਰੇ। 2 ਦਿਨਾਂ ਤੱਕ ਮੁੱਖ ਮੰਤਰੀਆਂ ਦੇ ਨਾਲ ਇਹ ਬੈਠਕ ਚੱਲੇਗੀ। ਅੱਜ ਪਹਿਲੇ ਦਿਨ 21 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਹੋਏਗੀ। ਦੁਪਹਿਰ 3 ਵਜੇ ਕੋਰੋਨਾ ਸੰਕਟ ਤੇ ਮੰਥਨ ਸ਼ੁਰੂ ਹੋਏਗਾ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅੱਜ ਦੀ ਬੈਠਕ ਵਿੱਚ ਸ਼ਾਮਿਲ ਹੋਣਗੇ। ਹੁਣ ਨਿਊਜ਼ 18 ਤੇ ਤੁਸੀਂ ਪੂਰਾ ਅਪਡੇਟ ਵੇਖ ਸਕਦੇ ਹੋ। ਤੁਹਾਨੂੰ ਦੱਸਦੇ ਹਾਂ ਹੁਣ ਪੰਜਾਬ ਦੇ ਨਾਲ ਜੁੜਿਆ ਸਭ ਤੋਂ ਪਹਿਲਾਂ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ 3267 ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ 'ਚ 120 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਨੇ। ਲੁਧਿਆਣਾ 'ਚ 38 ਨਵੇਂ ਮਾਮਲੇ ਆਉਣ ਨਾਲ ਹੜਕੰਪ ਮਚ ਗਿਆ। ਜਲੰਧਰ 'ਚ 26 ਅਤੇ ਅੰਮ੍ਰਿਤਸਰ 'ਚ 17 ਨਵੇਂ ਕੇਸ ਸਾਹਮਣੇ ਆਏ ਨੇ। ਮਲੇਰਕੋਟਲਾ 'ਚ 16, ਪਟਿਆਲਾ 'ਚ 10 ਨਵੇਂ ਮਰੀਜ਼ ਸਾਹਮਣੇ ਆਏ ਨੇ। ਮੋਹਾਲੀ 'ਚ 5 ਅਤੇ ਨਵਾਂਸ਼ਹਿਰ 'ਚ 4 ਨਵੇਂ ਕੇਸ ਸਾਹਮਣੇ ਆਏ ਨੇ। ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਪਠਾਨਕੋਟ 'ਚ 2-2 ਕੇਸ ਸਾਹਮਣੇ ਆਏ ਨੇ। ਮੋਗਾ, ਰੋਪੜ, ਗੁਰਦਾਸਪੁਰ, ਫਰੀਦਕੋਟ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ 'ਚ ਇੱਕ ਸਾਬਕਾ ਫੌਜੀ ਦੀ ਕੋਰੋਨਾ ਨਾਲ ਮੌਤ ਦੀ ਖਬਰ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮੌਤਾਂ ਦਾ ਆંકੜਾ ਪਹੁੰਚ ਗਿਆ ਹੈ 76। ਲਗਾਤਾਰ ਤੁਹਾਨੂੰ ਕੋਰੋਨਾ ਨਾਲ ਸੰਬੰਧਿਤ ਪੂਰਾ ਅਪਡੇਟ ਵਿਖਾ ਰਹੇ ਹਾਂ। ਲੁਧਿਆਣਾ 'ਚ ਇੱਕ ਹੋਰ ਮੌਤ ਹੋਈ ਹੈ ਕੋਰੋਨਾ ਦੇ ਚਲਦੇ। ਸਾਬਕਾ ਫੌਜੀ ਦੀ ਕੋਰੋਨਾ ਦੇ ਚਲਦੇ ਮੌਤ ਹੋਈ ਅਤੇ ਪੰਜਾਬ ਵਿੱਚ ਮੌਤਾਂ ਦਾ ਆંકੜਾ ਪਹੁੰਚ ਗਿਆ 76। ਅੰਮ੍ਰਿਤਸਰ ਵਿੱਚ ਕੋਰੋਨਾ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ। ਲਗਾਤਾਰ ਜਿਹੜਾ ਖਤਰਾ ਹੈ ਵੱਧਦਾ ਜਾ ਰਿਹਾ ਹੈ। ਸ਼ਹਿਰ ਦੇ 9 ਹੋਰ ਇਲਾਕੇ ਸੀਲ ਕਰ ਦਿੱਤੇ ਗਏ ਨੇ। ਵੱਡੇ ਮਾਮਲਿਆਂ ਦੇ ਚਲਦੇ ਪ੍ਰਸ਼ਾਸਨ ਨੇ ਫੈਸਲਾ ਲਿਆ ਸੰਬੰਧਿਤ ਇਲਾਕਿਆਂ 'ਚ ਆਵਾਜਾਈ ਤੇ ਰੋਕ ਰਹੇਗੀ। ਅੰਮ੍ਰਿਤਸਰ 'ਚ ਹੁਣ ਤੱਕ 600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਸਭ ਤੋਂ ਵੱਧ ਮੌਤਾਂ ਵੀ ਅੰਮ੍ਰਿਤਸਰ 'ਚ ਹੋਈਆਂ ਨੇ। 21 ਲੋਕਾਂ ਦੀ ਹਾਲੇ ਤੱਕ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਵੱਧਦਾ ਖਤਰਾ ਅੰਮ੍ਰਿਤਸਰ 'ਚ ਕੋਰੋਨਾ ਦਾ 600 ਤੋਂ ਜ਼ਿਆਦਾ ਕੇਸ ਅੰਮ੍ਰਿਤਸਰ ਤੋਂ ਇਕੱਲੇ ਸਾਹਮਣੇ ਆ ਚੁੱਕੇ ਨੇ। 9 ਹੋਰ ਸ਼ਹਿਰ ਦੇ ਇਲਾਕੇ ਜਿਹੜੇ ਨੇ ਉਹ ਸੀਲ ਕਰ ਦਿੱਤੇ ਗਏ। अमित शर्मा मेरे सहयोगी इस वक्त जुड़ चुके हैं। अमित, सब तो वड्डा कंटेनमेंट जोन केड़ा है क्योंकि 9 इलाके सील होना वड्डी गल है। लगातार मामले जड़े ने अमृतसर तो वधदे जा रहे हैं। अमित जी, तुसीं सानू सुन पा रहे हो? 9 और इलाके सील किए गए ने, की कुछ जानकारी मिल रही है? जी रजिंदर, बिल्कुल जिवें कि अमृतसर के जिहड़े अंदरूनी एरिया कटरा खजाना के लागे लगातार जिहड़े मामले जिहड़े करोना के सामने आ रहे हैं। लगभग हुण तक 8 तो 10 मामले जिहड़े अंदरूनी मामले कटरा खजाना के लागे सामने आए हैं। तो हुण प्रशासन द्वारा कटरा खजाने के नाल लगते लगते जिथे जिथे मामले करोना के सामने आ रहे हैं उस एरिए नूं सील करने की गल की गई है। तो नाल ही उत्थे पाबंदी रहेगी, कोई भी व्हीकल उत्थे नहीं जा पाएगा। तो तुहानूं दस दईए कि लगभग 9 एरिए है जिहड़े सील किए जाएंगे। तो इस तो पहला भी जिहड़े अमृतसर प्रशासन द्वारा कई एरिए इहो जिहे सील किए गए हैं क्योंकि अमृतसर के विच लगातार जिहड़े कोरोना के मामले सामने आ रहे हैं। तो हुण तक लगभग 200 के करीब जिहड़े मामले एक्टिव मामले इस वेले हैगे। तो ज़्यादातर जिहड़े मामले जिहड़े अमृतसर के अंदरूनी एरिए के सामने आए हैं। जी रजिंदर, शुक्रिया अमित इस जानकारी। ਅੰਮ੍ਰਿਤਸਰ ਤੋਂ ਅਗਲੀ ਖਬਰ ਜਿੱਥੇ ਕੋਰੋਨਾ ਟੈਸਟ ਵਿੱਚ ਗੜਬੜੀ ਦੀ ਖਬਰ ਹੈ। ਨਿੱਜੀ ਲੈਬ ਤੇ ਗਲਤ ਟੈਸਟਿੰਗ ਦੇ ਇਲਜ਼ਾਮ ਲੱਗੇ ਨੇ। ਨੈਗੇਟਿਵ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਦੱਸਣ ਦੇ ਇਲਜ਼ਾਮ ਨਿੱਜੀ ਲੈਬ ਤੇ ਲੱਗੇ ਨੇ। ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਲਈ ਗੜਬੜੀ ਕੀਤੀ ਗਈ। ਟੈਸਟ ਕਰਾਉਣ ਵਾਲੇ ਲੋਕਾਂ ਨੇ ਹੁਣ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਲੈਬ ਦੇ ਬਾਹਰ ਜਮ੍ਹਾਂ ਹੋ ਕੇ ਵਿਰੋਧ ਜਤਾਇਆ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਕੋਰੋਨਾ ਜਿਹੜਾ ਹੈ ਕਹਿਰ ਬਣ ਕੇ
ਵਰਤ ਰਿਹਾ ਹੈ ਵਾਪਰ ਰਿਹਾ ਹੈ। ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਲਗਾਤਾਰ ਮਾਮਲੇ ਵੱਧ ਰਹੇ ਨੇ। ਇਸ ਵਿਚਾਲੇ ਨਿੱਜੀ ਲੈਬ ਤੇ ਗਲਤ ਟੈਸਟਿੰਗ ਦੇ ਇਲਜ਼ਾਮ ਲੱਗੇ ਨੇ। ਨੈਗੇਟਿਵ ਮਰੀਜ਼ਾਂ ਦੀ ਰਿਪੋਰਟ ਦੱਸਿਆ ਜਾ ਰਿਹਾ ਕਿ ਪੋਜ਼ਿਟਿਵ ਦੱਸੀ ਗਈ। ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਗੜਬੜੀ ਕੀਤੀ ਗਈ। ਟੈਸਟ ਕਰਾਉਣ ਵਾਲੇ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਨੇ ਲੈਬ ਦੇ ਬਾਹਰ ਜਮ੍ਹਾਂ ਹੋ ਕੇ ਵਿਰੋਧ ਜਤਾਇਆ। हैरानी की गल है कि लोग मुश्किल विच ने। कोरोना अगर किसी ਨੂੰ ਹੁੰਦਾ ਹੈ, किसी रिपोर्ट पॉजिटिव आती है तो सहज ही अंदाजा लाया जा सकता है कि कितनी बड़ी टेंशन उस परिवार के लिए, उस शख्स के लिए खड़ी हो जाती है। इसके बावजूद निजी लैब किस तरह मुनाफा कमाने की कोशिश कर रहे हैं, ये अमृतसर तो खबर सामने आई। ਦੀ ਇੱਕ ਨਿੱਜੀ ਲੈਬ ਦੇ ਉੱਪਰ ਫਿਰ ਵੱਡੇ ਸਵਾਲ ਖੜੇ ਹੋਏ ਨੇ। ਪਿਛੇ ਕੁਝ ਦਿਨ ਪਹਿਲਾਂ ਵੀ ਇੱਕ ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸੀ। ਹਾਲਾਂਕਿ ਲੈਬ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦੀ ਜਿਹੜੀ ਟੈਸਟਿੰਗ ਹੈ ਉਹ ਬਿਲਕੁਲ ਸਹੀ ਹੈ, ਪਰ ਇਸ ਵਾਰ ਇੱਕ ਐਸਾ ਪਰਿਵਾਰ ਜੋ ਕਿ ਸ਼ਹਿਰ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਸ ਕਰੋਨਾ ਸੰਕਟ ਦੇ ਦੌਰਾਨ ਸੇਵਾ ਵੀ ਕਰਦੇ ਆ ਰਿਹਾ। ਮੇਰੇ ਨਾਲ ਵਿੱਕੀ ਦੱਤਾ ਨੇ ਜੋ ਕਿ ਸਮਾਜ ਸੇਵੀ ਸੰਸਥਾ ਚਲਾਉਂਦੇ ਨੇ ਔਰ ਇਹਨਾਂ ਦਾ ਪੂਰਾ ਪਰਿਵਾਰ ਇਸ ਵੇਲੇ ਨਾਲ ਹੈ। ਤਾਂ ਕੀ ਇਹਨਾਂ ਦੇ ਨਾਲ ਬੀਤੀ ਉਹ ਇਹਨਾਂ ਦੇ ਮੂੰਹੋਂ ਜਾਣਦੇ ਆ। ਵਿੱਕੀ ਜੀ, ਇਸ ਲੈਬ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ। ਜੇਕਰ ਤੁਹਾਡੇ ਪਰਿਵਾਰ ਦੀ ਕਹਾਣੀ ਦੀ ਗੱਲ ਕਰੀ ਤਾਂ ਤੁਹਾਡੇ ਨਾਲ ਕੀ ਹੋਇਆ? ਜੀ, ਗੱਲ ਇਸ ਤਰ੍ਹਾਂ ਹੈ ਕਿ ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ ਮੇਰੇ ਸਹੁਰਾ ਸਾਹਿਬ ਨੂੰ ਮਹਾਜਨ ਹਸਪੀਟਲ ਤੋਂ ਕਰੋਨਾ ਪੋਜ਼ਿਟਿਵ ਆ ਗਿਆ ਸੀ। ਅਸੀਂ EMC ਲੈ ਗਏ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਬਾਕੀ ਸਾਰੇ ਮੈਂਬਰਾਂ ਦਾ ਤੇ ਮੇਰੀ ਵਾਈਫ ਉਹਨਾਂ ਦਾ ਪਤਾ ਲੈਣ ਗਏ। ਅਸੀਂ 5 ਜਣਿਆਂ ਦਾ ਟੈਸਟ ਕਰਵਾਇਆ ਜੋ ਤੁੱਲੀ ਲੈਬ ਤੋਂ ਕਰਵਾਇਆ ਗਿਆ। ਉਹ ਸਾਰੇ ਦੇ ਸਾਰੇ ਪੋਜ਼ਿਟਿਵ ਪਾਏ ਗਏ ਨੇ। 10 ਤਰੀਕ ਨੂੰ ਅਸੀਂ ਟੈਸਟ ਕਰਵਾਏ ਜਿਹੜੇ ਪੋਜ਼ਿਟਿਵ ਆਏ ਨੇ। ਉਸ ਤੋਂ ਬਾਅਦ 11 ਤਰੀਕ ਨੂੰ ਇੱਕ EMC ਤੇ ਅਸੀਂ ਕਿਹਾ ਤੇ ਸਰਕਾਰੀ ਰਿਪੋਰਟ ਕਰਾਈ ਗਈ ਜੋ 13 ਤਰੀਕ ਨੂੰ ਜਿਹਦੇ ਵਿੱਚੋਂ 3 ਮੈਂਬਰ ਨੈਗੇਟਿਵ ਪਾਏ ਗਏ ਸਨ। ਉਸ ਰਿਪੋਰਟ ਨੂੰ ਸਾਡੇ ਕੋਲੋਂ ਲੁਕਾਇਆ ਗਿਆ। 13 ਤਰੀਕ ਨੂੰ ਅਸੀਂ ਫਿਰ ਪ੍ਰੈਸ਼ਰਾਈਜ਼ ਕਰਕੇ ਇੱਕ ਟੈਸਟ ਦੁਬਾਰਾ ਕਰਾਇਆ ਗਿਆ ਜਿਹਦੀ ਰਿਪੋਰਟ 14 ਤਰੀਕ ਨੂੰ ਆਈ। ਉਹਦੇ ਵਿੱਚ ਸਾਡੇ ਪਰਿਵਾਰਿਕ 4 ਮੈਂਬਰ ਜੋ 2 ਉੱਥੇ ਹੋਰ ਪੋਜ਼ਿਟਿਵ ਹੋ ਗਏ ਤੇ ਇੱਕ ਮੈਂਬਰ ਦੀ ਰਿਪੋਰਟ ਨੂੰ ਅਸੀਂ ਉਹਨਾਂ ਨੂੰ ਆਪਣੀ ਵਾਈਫ ਨੂੰ ਵੱਖਰਿਆਂ ਰੱਖਿਆ ਹੋਇਆ ਸੀ। ਉਹਦਾ ਇਹ ਕਹਿ ਕੇ ਕਿ ਇਹਨਾਂ ਦਾ ਸੈਂਪਲ ਨਹੀਂ ਅੱਗੇ ਗਿਆ। ਪਰ ਸਵਾਲ ਇਹ ਹੈ ਕਿ ਤੁਸੀਂ ਪ੍ਰਾਈਵੇਟ ਲੈਬ ਤੋਂ ਹੀ ਕਿਉਂ ਪਹਿਲਾਂ ਟੈਸਟ ਕਰਾਇਆ? ਐਕਚੁਅਲੀ ਜਦੋਂ ਇੱਕਦਮ ਮਹਾਜਨ ਹਸਪੀਟਲ ਤੇ ਦਾਖਲ ਕਰਾਇਆ ਸੀ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਸਹੁਰਾ ਸਾਹਿਬ ਪੋਜ਼ਿਟਿਵ ਨੇ। ਜਦੋਂ ਉਹਨਾਂ ਨੇ ਆਪਣੇ ਸ਼ੱਕ ਕੱਢਣ ਦੇ ਲਈ ਕਰਾਇਆ ਤਾਂ ਇੱਕਦਮ ਪੋਜ਼ਿਟਿਵ ਨਿਕਲ ਆਇਆ। ਉਹਨਾਂ ਨੇ ਵੀ ਕਿਹਾ ਸਾਡਾ ਹਸਪਤਾਲ ਖਾਲੀ ਕਰੋ। ਉਸ ਚੱਕਰ ਦੇ ਵਿੱਚ ਉਹਨਾਂ ਨੇ ਫਟਾਫਟ EMC ਹਸਪੀਟਲ ਦੇ ਦਿੱਤਾ। ਉਸ ਡਰ ਦੇ ਵਿੱਚ ਅਸੀਂ ਵੀ ਫਟਾਫਟ ਜਿੱਥੇ ਸਾਨੂੰ ਈਜ਼ੀ ਲੱਗਾ ਕਿ ਅਸੀਂ ਫਟਾਫਟ ਆਪਣਾ ਸ਼ੱਕ ਕੱਢ ਲਈਏ ਕਿਉਂਕਿ ਜਿਹੜੀ ਆ ਪ੍ਰਾਈਵੇਟ ਲੈਬਾਂ ਨੇ ਉਹਨਾਂ ਦਾ ਜੋ ਟੈਸਟ ਰਿਪੋਰਟਿੰਗ ਆ 8 ਤੋਂ 9 ਘੰਟੇ ਦੇ ਵਿੱਚ ਆ ਜਾਂਦੀ ਹੈ ਤੇ ਸਰਕਾਰੀ ਜੋ ਮਸ਼ੀਨਰੀ ਆ ਉਹ 4-4 ਦਿਨ 5-5 ਦਿਨ ਰਿਪੋਰਟ ਨੂੰ ਲਾ ਦਿੰਦੀ ਹੈ। ਇਸ ਕਰਕੇ ਅਸੀਂ ਪ੍ਰਾਈਵੇਟ ਟੈਸਟ ਕਰਵਾਇਆ ਸੀ। ਇੱਕ ਹੋਰ ਮੈਂ ਜਾਣਨਾ ਚਾਹੁੰਦਾ, ਤੁਸੀਂ ਪੂਰਾ ਪਰਿਵਾਰ ਤੁਹਾਡੀਆਂ ਰਿਪੋਰਟਾਂ ਪੋਜ਼ਿਟਿਵ ਆਈਆਂ, ਤੁਹਾਡੇ ਫਾਦਰ ਸਾਹਿਬ ਤੋਂ ਇਹ ਕਹਾਣੀ ਸ਼ੁਰੂ ਹੋਈ, ਪਰ ਉਸ ਤੋਂ ਬਾਅਦ ਤੁਹਾਨੂੰ ਕੀ ਜਿੱਥੇ ਰੱਖਿਆ ਗਿਆ ਉਹ ਤੁਹਾਡੇ ਆਲੇ ਦੁਆਲੇ ਵੀ ਕੋਈ ਪੋਜ਼ਿਟਿਵ ਮਰੀਜ਼ ਸੀ ਕਿਉਂਕਿ ਤੁਹਾਡੀ ਰਿਪੋਰਟ ਬਾਅਦ ਦੇ ਵਿੱਚ ਨੈਗੇਟਿਵ ਆਈ? ਹਾਂਜੀ, 3 ਸੀਗੇ ਮੈਂਬਰ, ਮਤਲਬ ਇੱਕ ਰੂਮ 'ਚ 3 ਮੈਂਬਰ ਸੀ ਤੇ ਮੈਨੂੰ ਉਹਨਾਂ 'ਚ ਰੱਖਿਆ ਗਿਆ। ਔਰ ਤੁਹਾਡੇ ਜਿਹੜੇ ਬੱਚੇ ਨੇ ਇਦਾਂ ਦੀ ਵੀ ਰਿਪੋਰਟ ਪਹਿਲਾਂ ਪੋਜ਼ਿਟਿਵ ਆਈ ਸੀ? ਨਹੀਂ, ਇਹਨਾਂ ਦੀ ਨੈਗੇਟਿਵ ਹੀ ਆਈ ਸੀ। ਇਹਨਾਂ ਦੀ ਅਸੀਂ ਸਰਕਾਰੀ ਟੈਸਟ ਕਰਾਇਆ ਪਹਿਲੋਂ। ਅਸੀਂ ਹੁਣ ਇਹਨਾਂ ਤੇ ਯਕੀਨ ਕਰਨਾ ਬੰਦ ਕਰ ਦਿੱਤਾ ਸੀ। ਅਸੀਂ ਸਰਕਾਰੀ ਟੈਸਟ ਕਰਾਇਆ, ਉਹਦੀ ਰਿਪੋਰਟ ਫਿਰ 3 ਦਿਨ ਬਾਅਦ ਆਣੀ ਸੀ। ਅਗਲੇ ਦਿਨ ਅਸੀਂ ਤੁੱਲੀ ਕੋਲੋਂ ਵੀ ਪੋਜ਼ਿਟਿਵ ਕਰਾਇਆ ਪਰ ਉਹਨੂੰ ਇਹ ਗੱਲ ਕਹਿ ਕੇ ਕਰਾਇਆ ਕਿ ਅਸੀਂ ਸਰਕਾਰੀ ਰਿਪੋਰਟ ਵੀ ਕਰਾਈ ਉਹਦੇ ਰਿਜ਼ਲਟ ਦੇਣ ਲੱਗਿਆ ਹੁਣ ਬੜੇ ਧਿਆਨ ਨਾਲ ਦੇਈ। ਨੈਗੇਟਿਵ ਆਉਣ ਤੋਂ ਬਾਅਦ ਫਿਰ ਇਹਦੀ ਰਿਪੋਰਟ ਪੋਜ਼ਿਟਿਵ ਆਈ? ਇਹਨਾਂ ਬੱਚਿਆਂ ਦੀ ਰਿਪੋਰਟ ਨੈਗੇਟਿਵ ਹੀ ਆਈ ਆ। ਤੁੱਲੀ ਵੱਲੋਂ ਵੀ ਨੈਗੇਟਿਵ ਆਈ ਆ ਤੇ ਸਰਕਾਰੀ ਵੀ ਨੈਗੇਟਿਵ ਆਈ ਆ ਕਿਉਂਕਿ ਅਸੀਂ ਉਹਦੇ ਮਨ ਦੇ ਵਿੱਚ ਡਰ ਪਾ ਦਿੱਤਾ ਸੀ। ਅਸੀਂ ਦੂਸਰੀ ਲੈਬ ਤੋਂ ਵੀ ਟੈਸਟ ਕਰਵਾਇਆ ਇਹ ਤੇ ਧਿਆਨ ਨਾਲ ਟੈਸਟ ਪਰ ਇੱਕ ਮਾਂ ਜਿੱਦਾਂ ਬੱਚੇ ਤੁਹਾਡੇ ਤੁਸੀਂ ਦੂਰ ਰਹੇ ਉਹਨਾਂ ਦਿਨਾਂ ਦੇ ਵਿੱਚ ਕਿੰਨੇ ਦਿਨ ਤੁਹਾਨੂੰ ਹਸਪੀਟਲ ਰਹਿਣਾ ਪਿਆ ਔਰ ਉਸ ਵੇਲੇ ਜਿਹੜੇ ਤੁਸੀਂ ਹਾਲਾਤਾਂ ਚੋਂ ਲੰਘੇ ਉਹ ਕਿਸ ਤਰ੍ਹਾਂ ਦੇ ਸੀ? ਮੈਂ ਬਿਲਕੁਲ ਮੈਂ ਬਹੁਤ ਡਿਪਰੈਸ ਹੋ ਗਈ ਸੀ। ਮੈਂ ਰੋਜ਼ ਰੋਂਦੀ ਸੀ। ਮੈਨੂੰ ਮਤਲਬ ਉੱਥੇ ਮੈਂ ਆਪਣੇ ਛੋਟੇ ਬੱਚਿਆਂ ਨੂੰ ਦੇਖ ਨਹੀਂ ਪਾ ਰਹੀ ਸੀ ਤੇ ਮੈਂ 5 ਦਿਨ ਕਿਸ ਤਰ੍ਹਾਂ ਕੱਟਿਆ ਮੈਨੂੰ ਹੀ ਪਤਾ ਹੈ ਤੇ ਹਾਲੇ 10 ਦਿਨ ਹੋਰ ਮੈਂ ਆਪਣੇ ਬੱਚਿਆਂ ਬਗੈਰ ਰਹਿਣਾ ਕਿਉਂਕਿ ਮੈਂ ਹਸਪੀਟਲ ਤੋਂ ਹੋ ਕੇ ਆਈ ਹਾਂ ਕਰੋਨਾ ਪੇਸ਼ੈਂਟਸ ਦੇ ਵਿੱਚੋਂ। ਤੇ ਮੇਰੇ ਤੇ ਕੀ ਬੀਤੇਗੀ? ਇੱਕ ਮਾਂ 15 ਦਿਨ ਆਪਣੇ ਬੱਚਿਆਂ ਤੋਂ ਦੂਰ ਹੈ ਕਿ ਮੈਂ ਟੱਚ ਵੀ ਨਹੀਂ ਕਰ ਸਕਦੀ ਆਪਣੇ ਬੱਚਿਆਂ ਨੂੰ। ਲੱਗਦਾ ਕਿ ਇੱਕ ਲੈਬ ਦੀ ਇਸ ਛੋਟੀ ਦੀ ਗਲਤੀ ਕਰਕੇ ਪੂਰੇ ਪਰਿਵਾਰ ਨੂੰ ਉਹਦਾ ਜਿਹੜਾ ਦੁੱਖ ਹੈ ਉਹ ਝੱਲਣਾ ਪੈਂਦਾ। ਹਾਂਜੀ, ਮੈਂ ਬਿਲਕੁਲ ਇੱਕ ਪਰਿਵਾਰ ਨਹੀਂ 5 ਪਰਿਵਾਰਾਂ ਨੂੰ ਦੇਖੋ। ਮੇਰੇ ਮਾਇਕੇ ਹੋਇਆ, ਮੈਂ ਆਪਣੇ ਇਨਲॉस ਵੱਲ ਵੀ ਸਾਰੇ ਵੱਖਰੇ ਵੱਖਰੇ ਹੋਏ, ਆਈਸੋਲੇਟ ਹੋਏ, ਟੈਸਟ ਕਰਾਏ, ਸਭ ਕੁਝ ਹੋਇਆ ਤੇ ਕਿੰਨੇ ਮੈਂਬਰ ਇਹਦੇ ਨਾਲ ਖਰਾਬ ਹੋਏ।
और कोरोना मरीजों के नाल जुड़ी राहत की खबर है। एसजीपीसी कोरोना मरीजों का सस्ता इलाज करवाएगी। इलाज के खर्चे 50% कटौती का फैसला लिया गया। अमृतसर एसजीपीसी के हस्पताल सस्ता इलाज मुहैया कराया जाएगा। गुरु रामदास हस्पताल कोरोना मरीजों का इलाज होगा। घट खर्च से इलाज किया जाएगा। इत्थे मरीजों का निजी हस्पतालों की कथित लुट तो बचाने की कोशिश जड़ी है वो शुरू की है एसजीपीसी ने। कोरोना मरीजों का सस्ता इलाज जड़ा है अमृतसर के एसजीपीसी के हस्पताल मुहैया कराया जाएगा। इलाज के खर्च में 50% कटौती का फैसला एसजीपीसी ने लिया। गुरु रामदास हस्पताल घट खर्च से कोरोना मरीजों का इलाज होगा। ਕੋਵਿਡ-19 ਦੇ ਪੀੜਤ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਹਾਲਾਂਕਿ ਸਰਕਾਰ ਬਹੁਤ ਵੱਡੇ ਦਾਅਵੇ ਵੀ ਕਰ ਰਹੀ ਹੈ, ਪਰ ਕਿਤੇ ਨਾ ਕਿਤੇ ਲੋਕ ਜੋ ਨੇ ਉਹ ਪ੍ਰਾਈਵੇਟ ਹਸਪੀਟਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਨੇ। ਕਈ ਤਰ੍ਹਾਂ ਦੇ ਪੈਕੇਜ ਇਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਨੇ, ਪਰ ਇਸ ਦੇ ਵਿਚਾਲੇ ਐਸਜੀਪੀਸੀ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ। ਐਸਜੀਪੀਸੀ ਵੱਲੋਂ ਚਲਾਏ ਜਾਣ ਵਾਲੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੇ ਵਿੱਚ ਇਹਨਾਂ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਉਹਨਾਂ ਦੀ ਸਹੂਲਤ ਦੇ ਲਈ ਇੱਕ योजना बनाई गई है ताकि लोग लुट का शिकार ना हो सकन। तो मेरे नाल डॉक्टर एपी सिंह ने, जिन्हों तो ये सारी जानकारी लवांगे कि आखिरकार किस तरीके दे नाल जिहड़े लोग लुट का शिकार हो रहे हैं, तुसीं किद्दां उन्हां दी मदद कर सकते हो। ਸਰ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵੱਲੋਂ ਪ੍ਰਧਾਨ ਸਾਹਿਬ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਜਿਹੜੇ ਉਹ ਟਰਸਟ ਦੇ ਵੀ ਪ੍ਰੈਜ਼ੀਡੈਂਟ ਨੇ, ਉਹਨਾਂ ਵੱਲੋਂ ਇਹ ਹੁਕਮ ਕੀਤਾ ਗਿਆ ਕਿ ਇਹਨਾਂ ਮਰੀਜ਼ਾਂ ਦੀ ਸਹੂਲਤ ਵਾਸਤੇ ਕੁਛ ਨਾ ਕੁਛ ਅਰੇਂਜਮੈਂਟ ਇਸ ਤਰ੍ਹਾਂ ਦੇ ਕੀਤੇ ਜਾਣ ਕਿ ਇਹਨਾਂ ਪੇਸ਼ੈਂਟ ਦੀ ਕਾਸਟ ਘਟੇ। ਕਾਸਟ ਐਕਚੁਅਲ 'ਚ ਕਾਸਟ ਬਹੁਤ ਜ਼ਿਆਦਾ ਹੈ। ਪੀਪੀ ਕਿੱਟਾਂ ਯੂਜ਼ ਹੋਣ, ਉਹਨਾਂ ਦੀਆਂ ਮੈਡੀਕੇਸ਼ਨ, ਉਹਨਾਂ ਦੇ ਟੈਸਟ, ਉਹਨਾਂ ਦੇ ਫੂਡ, ਉਹਨਾਂ ਲਈ ਜਿਹੜੀਆਂ ਵਾਰਡ ਦੇ ਵਿੱਚ ਸਹੂਲਤਾਂ, ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਲੋਥਿੰਗ ਹੈ, ਉਹਨਾਂ ਦੇ ਡਿਸਇਨਫੈਕਸ਼ਨ ਕਾਸਟ ਕਾਫੀ ਆ ਜਾਂਦੀ ਹੈ। ਪਰ ਅਸੀਂ ਉਹ ਕਾਸਟ ਨੂੰ ਅੱਧਾ ਬੀਅਰ ਹਸਪੀਟਲ ਕਰੇਗਾ, ਅੱਧੀ ਕਾਸਟ ਪੇਸ਼ੈਂਟ ਬੀਅਰ ਕਰੇਗਾ। ਜਿਹੜਾ ਉਹ 50,000 ਦਾ ਇਹ ਪੈਕੇजेस ਨੇ ਪ੍ਰਾਈਵੇਟ ਦੇ ਵਿੱਚ ਕਿ ਇੱਕ ਦਿਨ ਦਾ 50,000 ਦਾ ਖਰਚ ਹੈ, ਉਹ ਅਸੀਂ ਇਹਨੂੰ ਖਤਮ ਕਰਕੇ 50,000 ਦੇ ਵਿੱਚ ਇੱਕ ਹਫ਼ਤੇ ਦਾ ਖਰਚ ਪੇਸ਼ੈਂਟ ਤੇ ਪਏਗਾ, ਜਦ ਕਿ ਬਾਕੀ ਖਰਚ ਜਿਹੜਾ ਉਹ ਹਸਪੀਟਲ ਬੀਅਰ ਕਰੇਗਾ। ਇਹਦੇ ਵਿੱਚ ਤੁਸੀਂ ਲਗਭਗ ਲਗਾ ਕੇ ਚੱਲੋ ਕਿ 10 ਪੇਸ਼ੈਂਟ ਅਗਰ ਸਾਡੇ ਕੋਲ ਕੋਵਿਡ ਦੇ ਐਡਮਿਟ ਹੁੰਦੇ ਨੇ ਤੇ ਉਹਦੀਆਂ 64 ਦੇ ਕਰੀਬ 64 ਦੇ ਕਰੀਬ ਕਿੱਟਾਂ ਪੀਪੀ ਕਿੱਟਾਂ ਯੂਜ਼ ਹੋ ਜਾਂਦੀਆਂ ਨੇ ਇੱਕ ਦਿਨ ਦੀਆਂ। ਉਹਨਾਂ ਵਿੱਚ ਡਾਕਟਰਸ, ਸਟਾਫ, ਹੈਲਪਰਸ, ਜਿਹੜੇ ਕੋਈ ਫਾਰਮਾਸਿਸਟ ਜਾਂ ਫੂਡ ਪ੍ਰੋਵਾਈਡ ਕਰਨ ਵਾਲੇ, ਫੂਡ ਉਹਨਾਂ ਦੇ ਯੂਟੈਂਸਿਲਸ ਧੋਣ ਵਾਲੇ, ਉਹਨਾਂ ਦੇ ਜਿਹੜੇ ਕਲੋਥਿੰਗਸ ਨੇ ਉਹਨਾਂ ਨੂੰ ਡਿਸਇਨਫੈਕਟ ਕਰਨ ਵਾਲੇ, ਉਹ ਸਾਰੇ ਮਿਲਾ ਕੇ ਸਾਡੀਆਂ 64 ਦੇ ਕਰੀਬ ਕਿੱਟਾਂ ਯੂਜ਼ ਹੁੰਦੀਆਂ। ਉਸ ਤੋਂ ਬਾਅਦ ਉਹਨਾਂ ਦਾ ਬਾਇਓਮੈਡੀਕਲ ਵੇਸਟ ਸਾਰਾ ਉਹਨੂੰ ਰਿਮੂਵ ਕਰਨ ਲਈ, ਕਿਉਂਕਿ ਉਹ ਵਾਰਡ ਦੇ ਵਿੱਚ ਜਿਹੜਾ ਵੀ ਜਾਏਗਾ ਉਹ ਕਿੱਟ ਪਾ ਕੇ ਜਾਏਗਾ। ਕਿੰਨੇ ਕੁ ਮਰੀਜ਼ਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ, ਕਿੰਨੇ ਕੁ ਬੈੱਡ ਤਿਆਰ ਕੀਤੇ ਗਏ ਕਿ ਜੇਕਰ ਮਰੀਜ਼ ਤੁਹਾਡੇ ਕੋਲ ਆਉਂਦੇ ਆ, ਕਿੰਨੇ ਮਰੀਜ਼ਾਂ ਦਾ ਐਟ ਏ ਟਾਈਮ ਤੁਸੀਂ ਇਲਾਜ ਕਰ ਸਕਦੇ ਹੋ? ਅਸੀਂ ਹੁਣ ਇਸ ਵੇਲੇ 50 ਬੈੱਡ ਦਾ ਫਿਲਹਾਲ ਅਰੇਂਜ ਕਰ ਲਿਆ ਪਹਿਲੇ ਸਟੈਪ ਤੇ। ਅਗਰ ਪੇਸ਼ੈਂਟ ਦੀ ਗਿਣਤੀ ਸਾਡੇ ਕੋਲ ਵੱਧਦੀ ਹੈ ਤੇ ਸਾਡੇ ਕੋਲੋਂ 120 ਬੈੱਡ ਦਾ ਅਰੇਂਜਮੈਂਟ ਸਾਡੇ ਕੋਲ ਹੈ। ਉਹਦੇ ਵਿੱਚੋਂ ਸਾਡੇ ਕੋਲ ਆਲਮੋਸਟ 8 ਬੈੱਡ ਦਾ ਇੱਕ ਆਈਸੀਯੂ ਤਿਆਰ ਕੀਤਾ ਜਿਹੜਾ ਪਹਿਲੇ ਸਟੈਪ ਤੇ ਚੱਲੇਗਾ, ਤੇ 10 ਬੈੱਡ ਦਾ ਆਈਸੀਯੂ ਸਾਡੇ ਕੋਲ ਹੋਰ ਹੋਏਗਾ ਵਿਦ ਵੈਂਟੀਲੇਟਰ ਜਿਹੜਾ ਚੱਲੇਗਾ। ਹਰਿਆਣਾ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹਰਿਆਣਾ ਦੇ ਨਾਲ ਸੰਬੰਧਿਤ ਅਪਡੇਟ ਤੁਹਾਨੂੰ ਦੱਸਦੇ ਹਾਂ। ਹਰਿਆਣਾ 'ਚ 12 ਹੋਰ ਲੋਕਾਂ ਦੀ ਮੌਤ ਹੋਈ। ਗੁਰੂਗ੍ਰਾਮ ਵਿੱਚ 6 ਲੋਕਾਂ ਦੀ ਮੌਤ ਹੋਈ। ਫਰੀਦਾਬਾਦ ਵਿੱਚ 5 ਲੋਕਾਂ ਦੀ ਮੌਤ ਹੋਈ, ਕਿਉਂਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਸਭ ਤੋਂ ਵੱਡੇ ਹੌਟਸਪੌਟ ਹਰਿਆਣਾ ਦੇ। ਝੱਜਰ ਵਿੱਚ ਵੀ ਇੱਕ ਮਰੀਜ਼ ਨੇ ਦਮ ਤੋੜ ਦਿੱਤਾ। ਕੋਰੋਨਾ ਦੇ ਚੱਲਦੇ ਅਤੇ ਮਰਨ ਵਾਲਿਆਂ ਦੀ ਗਿਣਤੀ ਹਰਿਆਣਾ ਵਿੱਚ ਪਹੁੰਚ ਗਈ ਹੈ 100। सूबे 7700 के पार पहुंच चुके हैं कोरोना के केस। पहली बार 24 घंटे 500 तो वध नवे मामले सामने आए हैं। गुरुग्राम तो 183 नवे केस सामने आए हैं। हुण तक 3477 मामले इकल्ले गुरुग्राम तो सामने आ चुके हैं। दूजा सब तो वड्डा हॉटस्पॉट फरीदाबाद जितों 128 नवे केस सामने आए हैं। हुण तक इत्थे आंकड़ा पहुंचा है 1405। सोनीपत 63 नवे केस सामने आए हैं। सोनीपत 599 हो चुके हैं कोरोना मरीज। सूबे 21 दिन 562 मरीज ठीक भी हुए। हिमाचल की गल करांगे। 24 घंटे 38 नवे मामले हिमाचल प्रदेश विच भी सामने आए हैं। नालागढ़ इकट्ठे 20 केस आने नाल हड़कंप मच गया। हमीरपुर 3, ऊना कांगड़ा 2 नवे केस सामने आए हैं। हिमाचल 556 तक मरीजों का आंकड़ा जड़ा है पहुंच चुका। एक छोटे से ब्रेक लिए थे, रुक रहे।
ब्रेक तो बाद एक बार फिर ਤੁਹਾਡਾ ਸਵਾਗਤ ਹੈ। ਕੇਂਦਰ ਸਰਕਾਰ ਦਾ ਮਿਸ਼ਨ ਵੰਦੇ ਭਾਰਤ ਜਾਰੀ ਹੈ। ਦੁਬਈ ਤੋਂ ਚੰਡੀਗੜ੍ਹ ਵਿਸ਼ੇਸ਼ ਫਲਾਈਟ ਪਹੁੰਚੇ 177 ਭਾਰਤੀ ਨਾਗਰਿਕਾਂ ਦੀ ਵਿਸ਼ੇਸ਼ ਫਲਾਈਟ ਦੇ ਜ਼ਰੀਏ ਵਾਪਸੀ ਹੋਈ ਹੈ। ਫਲਾਈਟ ਵਿੱਚ ਸਭ ਤੋਂ ਵੱਧ 168 ਮੁਸਾਫਿਰ ਪੰਜਾਬ ਤੋਂ ਸੰਬੰਧਿਤ ਨੇ। 에ਅਰਪੋਰਟ ਤੇ ਸਾਰੇ ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ। ਮੁਸਾਫਰਾਂ ਨੂੰ ਕੁਆਰੰਟਾਈਨ ਲਈ ਹੁਣ ਇਹਨਾਂ ਦੇ ਹੋਮ ਡਿਸਟ੍ਰਿਕਟ ਜਿਹੜੇ ਨੇ ਉੱਥੇ ਭੇਜਿਆ ਗਿਆ ਹੈ। स्कूल फीस ते विवाद अजे भी जड़ा है सुलझिया नहीं है। हाईकोर्ट विच पंजाब सरकार ने अपना जवाब जरूर दाखिल करता। कल सरकार ने नवा प्रस्ताव तैयार करने की गल कही। स्कूलों के मापे दोवां दा ख्याल रखा जाएगा। सरकार वालों कहा गया शुक्रवार को कोर्ट विच अपना प्रस्ताव रखेगी पंजाब सरकार। सरकार के प्रस्ताव तो बाद ही हुण हाईकोर्ट वालों फैसला सुनाया जाएगा। तुहानूं दस दें कि 70% फीस लैण ते अड़े ने निजी स्कूल प्रबंधक अते दूजे पासे मापे तर्क दे रहे हैं क्योंकि लॉकडाउन के चलते कामकाज ते असर पिया है। इन्नी मोटी रकम जड़ी फीस दी है वो ना वसूली जाए। मामला हाई कोर्ट में ठीक है कि असी बच्चे नहीं चाहते कि स्कूल बंद हो, बच्चे नहीं चाहते कि टीचर ਨੂੰ तनख्वाह ना मिले। तो इस करके सारी गल्लां दा ख्याल रखते हुए एडवोकेट जनरल ने कहा कि मैं सारी पार्टियां ਨੂੰ दोबारा कंसल्ट करके एक एफिडेविट कोर्ट को दूंगा तो शायद वो एफिडेविट सब ਨੂੰ सैटिस्फाई कर सके। तो जे कोर्ट ਨੂੰ ठीक लगे तो उस एफिडेविट ਨੂੰ बेस बना के तुसी अपना फैसला दिओ। उस गल ਲਈ हाई कोर्ट ने शुक्रवार तरीक लाई है। बुधवार तक उन्होंने कहा कि सारे वकील जे कोई इस बुलेटिन फिलहाल नहीं। छोटे से ब्रेक तो बाद भी न्यूज़ 18 ते खबरां दा सिलसिला लगातार जारी।